ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਸਵਾਗਤ ਹੈ। ਮੈਂ ਹਾਂ ਨਵਜੀਤ। ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਨਵਜੀਤ ਜੀ। ਅਸੀਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ, ਗੱਲ ਰਹਿ ਨਾ ਜਾਵੇ। ਜੀ ਅੱਜ 16 ਨਵੰਬਰ ਜੀ ਸਾਡੇ ਆਜ਼ਾਦੀ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਦਿਨ। ਜੀ ਅਸੀਂ ਆਜ਼ਾਦੀ ਲਹਿਰ ਦੀਆਂ ਗੱਲਾਂ ਕਰਦਿਆਂ ਬੜੀ ਵਾਰ ਇਹ ਗਾਇਆ, ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ। ਇਹ ਸ਼ਬਦ ਸਭ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਦੀ ਜ਼ੁਬਾਨ 'ਤੇ ਉਦੋਂ ਚੜ੍ਹੇ ਸਨ ਜਦੋਂ ਉਹ 17 ਸਾਲਾਂ ਦਾ ਨਹੀਂ ਸੀ ਹੋਇਆ। ਪੰਜਾਬ ਵਿੱਚੋਂ ਅਮਰੀਕਾ ਵਿੱਚ ਪੜ੍ਹਨ ਵਾਸਤੇ ਗਿਆ। ਉੱਥੇ ਜਾ ਕੇ ਪੜ੍ਹਨ ਦੀ ਥਾਂ ਦੇਸ਼ ਭਗਤਾਂ ਨਾਲ ਮਿਲ ਗਿਆ। ਗਦਰ ਪੇਪਰ ਛਪਦਾ ਸੀ, ਗਦਰ ਦੀ ਗੂੰਜ, ਉਹ ਛਾਪਣ ਦੀ ਡਿਊਟੀ ਲੈ ਲਈ। ਹੁਣ ਵਾਂਗ ਪ੍ਰਿੰਟਿੰਗ ਪ੍ਰੈਸਾਂ ਕਿੱਥੇ ਸਨ, ਕੰਪਿਊਟਰ ਹੈ ਕੋਈ ਨਹੀਂ ਸੀ। ਹੱਥਾਂ ਨਾਲ ਲਿਖਣਾ, ਮਸ਼ੀਨਾਂ ਦੇ ਉੱਤੇ ਚਾੜ੍ਹਨਾ, ਪਲੇਟਾਂ ਬਣਾਉਣੀਆਂ, ਫਿਰ ਇਹਨੂੰ ਆਪ ਸਾਰੀ ਰਾਤ ਘੁਮਾ ਕੇ ਜਿੱਦਾਂ ਪੱਠੇ ਕੁਤਰਨ ਵਾਲਾ ਟੋਕਾ ਗੇੜੀ ਦਾ ਉੱਦਾਂ ਗੇੜ ਕੇ ਤੇ ਛਾਪਣਾ, ਸਾਰੀ ਦੁਨੀਆ 'ਚ ਭੇਜਣਾ। ਇਹ ਕਿੰਨੇ ਕੰਮ ਸੀ ਜਿਹੜੇ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਨਾਲ ਮਿਲ ਕੇ ਕਰਦਾ ਰਿਹਾ। ਪਹਿਲੀ ਸੰਸਾਰ ਜੰਗ ਲੱਗੇ ਮੌਕਾ ਵੇਖ ਕੇ ਕਿ ਅੰਗਰੇਜ਼ ਫਸੇ ਆ, ਗਦਰ ਪਾਰਟੀ ਵਾਲੇ ਇੱਥੇ ਆ ਗਏ, ਜਿਹੜੇ ਸਿੱਧੇ ਆਏ ਸੀ ਉਹਨਾਂ 'ਚੋਂ ਬਹੁਤੇ ਫੜੇ ਗਏ। ਇਹ ਕੋਲੰਬੋ ਵੱਲ ਦੀ ਘੁੰਮਦਾ ਘੁਮਾਉਂਦਾ ਇੰਡੀਆ ਆ ਗਿਆ। ਇੱਥੇ ਆ ਕੇ ਫੌਜਾਂ 'ਚ ਬਗਾਵਤ ਵੀ ਕਰਾਉਣ ਦਾ ਯਤਨ ਕੀਤਾ। ਅਖੀਰ ਇੱਕ ਗਦਾਰ ਦੇ ਕਾਰਨ ਫੜਿਆ ਗਿਆ। ਫੜੇ ਜਾਣ ਤੋਂ ਬਾਅਦ ਡਟ ਕੇ ਸਟੈਂਡ ਲਿਆ ਤੇ ਅੰਤ ਦੇਸ਼ ਖਾਤਰ ਫਾਂਸੀ ਲੱਗ ਗਿਆ। ਜੀ ਮੁਸ਼ਕਿਲ ਇਹ ਆ ਕਿ ਕਦੇ ਇਸ ਗੱਲ ਦਾ ਦੁੱਖ ਹੁੰਦਾ ਕਿ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਨੂੰ ਮੌਜ ਦਾ ਸਬੱਬ ਲੱਗਾ, ਤੇ ਜੇ ਲੱਗ ਹੀ ਗਿਆ ਤੇ ਉਹਨਾਂ ਨੇ ਕਮਾਦਾਂ 'ਚੋਂ ਗੰਨੇ ਚੂਪਣੇ ਚੂਪੀ ਜਾਣ, ਪਰ ਹਵਾਂਕਣਾ ਤਾਂ ਬੰਦ ਕਰ ਦੇਣ। ਇੱਥੇ ਤੀਸਰੇ ਕੁ ਦਿਨ ਉੱਠ ਕੇ ਕੋਈ ਨਾ ਕੋਈ ਗਦਰ ਪਾਰਟੀ ਵਾਲਿਆਂ ਖਿਲਾਫ ਬੋਲਦਾ, ਕੋਈ ਦੇਸ਼ ਭਗਤਾਂ ਖਿਲਾਫ ਬੋਲਦਾ, ਕੋਈ ਦੇਸ਼ ਭਗਤੀ ਖਿਲਾਫ ਬੋਲਦਾ, ਕੋਈ ਆਜ਼ਾਦੀ ਲਹਿਰ ਦੇ ਖਿਲਾਫ ਵੀ ਬੋਲਣ ਵਾਲਾ ਉੱਠ ਪੈਂਦਾ। ਉਹ ਇੱਕ ਕੁੜੀ ਉੱਠੀ ਆ ਜਿਹਨੂੰ ਚਾਬੀ ਲੱਗੇ ਖਿਡੌਣੇ ਵਾਂਗ ਛੱਡਿਆ ਇਸ ਵੇਲੇ ਦੇਸ਼ ਦੀ ਸਰਕਾਰ ਚਲਾਉਣ ਵਾਲਿਆਂ ਨੇ। ਉਹ ਕਹਿੰਦੀ ਆਜ਼ਾਦੀ ਮਿਲੀ ਨਹੀਂ ਅਤੇ ਭਿੱਖਿਆ ਸੀ। ਭਿੱਖਿਆ ਲੈਣ ਵਾਸਤੇ ਜਾਨਾਂ ਨਹੀਂ ਦੇਣੀਆਂ ਪੈਂਦੀਆਂ, ਰੱਸੇ ਗਲ 'ਚ ਪਾ ਕੇ ਝੂਲਣਾ ਨਹੀਂ ਪੈਂਦਾ ਫਾਂਸੀ ਦੇ ਤਖਤੇ ਉੱਤੇ। ਜੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਤੇ ਇਹ ਕੁੜੀ ਇਹ ਆਖੇ ਕਿ ਉਹ ਜਿਹੜੀ ਆਜ਼ਾਦੀ ਮਿਲੀ ਉਹ ਤੇ ਭਿੱਖਿਆ ਸੀ। ਇਹ ਜਿਹੜੀ ਇਸ ਤਰ੍ਹਾਂ ਦੀ ਬਦਜ਼ੁਬਾਨੀ ਹੁੰਦੀ ਹੈ ਉਹਨੂੰ ਰੋਕਣਾ ਚਾਹੀਦਾ। ਇਹੋ ਜਿਹੇ ਮੌਕਿਆਂ 'ਤੇ ਜਦੋਂ ਅੱਜ ਕਰਤਾਰ ਸਿੰਘ ਸਰਾਭਾ ਦਾ ਦਿਨ ਹੈ, ਸਾਰੇ ਦੇਸ਼ ਦੇ ਸੁੱਚੀ ਸੋਚ ਵਾਲੇ ਲੋਕਾਂ ਦੇ ਮਨਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਭਾਵਨਾ। ਉਹਨੇ ਆਖਿਆ ਸੀ ਸਾਡੀ ਮੌਤ ਨੇ ਵਤਨ ਦੇ ਆਸ਼ਕਾਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਉਹਦੀ ਫਾਂਸੀ ਤੋਂ ਬਾਅਦ ਭਗਤ ਸਿੰਘ ਹੋਰੀ ਇਹ ਸਾਰੇ ਇਸ ਲਹਿਰ 'ਚ ਕੁੱਦੇ ਸਨ। ਇਹਨਾਂ ਸਾਰਿਆਂ ਵਾਸਤੇ ਆਦਰਸ਼ ਹੁੰਦਾ ਸੀ ਕਰਤਾਰ ਸਿੰਘ ਸਰਾਭਾ। ਉਹ ਸਾਰੀ ਜਿਹੜੀ ਅਗਲੇ ਪਾਸੇ ਲਾਈਨ ਲੱਗੀ ਸੀ ਉਹਦਾ ਮੁੱਢ ਬਣ ਕੇ ਗਿਆ ਸੀ 17 ਸਾਲਾਂ ਦਾ ਨੌਜਵਾਨ। ਅਸੀਂ ਉਹਨੂੰ ਸ਼ਰਧਾਂਜਲੀ ਭੇਟ ਕਰਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ, ਜੀ ਇਹ ਜ਼ਿਆਦਾ ਜ਼ਰੂਰੀ ਸੀ। ਪੰਨੂ ਸਾਹਿਬ, ਨਵਜੋਤ ਸਿੰਘ ਸਿੱਧੂ ਦੀ ਚਰਚਾ ਵੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਮੈਂ ਕਹਿੰਦਾ 1-2 ਮਿੰਟ ਆਪਾਂ ਇਹ ਵੀ ਗੱਲ ਕਰੀਏ। ਅੱਜ ਕੌਮੀ ਮੀਡੀਆ ਦਿਵਸ ਵੀ ਹੈ। ਇਸ ਦਿਨ ਨੂੰ ਕਿਵੇਂ ਦੇਖਦੇ ਆ? ਕਿਉਂਕਿ ਅੱਜ ਕੱਲ੍ਹ ਪੱਤਰਕਾਰੀ ਚੌਥਾ ਥੰਬ ਹੈ ਮੰਨਿਆ ਜਾਂਦਾ ਹੈ, ਲੋਕਤੰਤਰ ਦਾ ਥੰਬ ਕਿਹਾ ਜਾਂਦਾ ਹੈ, ਪਰ ਬਹੁਤ ਸਾਰੇ ਲੋਕ ਅੱਜ ਕੱਲ੍ਹ ਆਪਣੇ ਤਰੀਕੇ ਨਾਲ ਜਿਸ ਤਰ੍ਹਾਂ ਇਸ ਕੰਮ ਨੂੰ ਲੈ ਰਹੇ ਆ, ਤੁਸੀਂ ਕਿਵੇਂ ਦੇਖਦੇ ਆ? ਜਿਹੜੀ ਭਾਰਤ ਵਿੱਚ ਪੱਤਰਕਾਰੀ ਹੈ, ਮੀਡੀਆ, ਉਹ ਆਜ਼ਾਦੀ ਲਹਿਰ ਦੇ ਵਿੱਚੋਂ ਹੋ ਗਿਆ ਸੀ। ਉਸ ਵਕਤ ਇਹ ਸਿਰਲੱਥਾਂ ਦਾ ਕੰਮ ਸੀ। ਜਿਨ੍ਹਾਂ ਨੇ ਉਦੋਂ ਅਖਬਾਰਾਂ ਚਲਾਈਆਂ ਨੇ, ਜਿਹੜੇ ਇਹਦੇ ਨਾਲ ਜੁੜੇ ਸੀ, ਉਹਨਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਦੀ ਆਜ਼ਾਦੀ ਵਿੱਚ ਵੀ ਉਹਨਾਂ ਦਾ ਹਿੱਸਾ ਪਾਇਆ। ਅੱਜ ਮੀਡੀਆ ਇਸ ਥਾਂ 'ਤੇ ਆ ਕਿ ਡਟ ਕੇ ਆਪਣੀ ਗੱਲ ਕਹਿ ਸਕਦਾ। ਜੀ ਪਰ ਜਿੰਨਾ ਖਤਰਾ ਮੀਡੀਆ ਨੂੰ ਅੱਜ ਹੈ, ਆਜ਼ਾਦੀ ਤੋਂ ਬਾਅਦ ਦੇ ਅੱਜ ਤੱਕ ਦੇ ਸਾਲਾਂ 'ਚ ਕਦੇ ਨਹੀਂ ਰਿਹਾ।
ਜਿਹੜੇ 19 ਮਹੀਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਵਾਲੇ ਸੀ, ਉਹਨਾਂ ਵਿੱਚ ਖਤਰਾ ਗੰਭੀਰ ਸੀ। ਇਸ ਵੇਲੇ ਲਗਭਗ ਉਹਨਾਂ, ਬਲਕਿ ਉਹਦੇ ਤੋਂ ਵੱਧ ਜਾਪਦਾ, 2 ਕੁੜੀਆਂ ਤ੍ਰਿਪੁਰਾ ਦੀ ਇੱਕ ਸਟੋਰੀ ਛਾਪ ਦੇਣ ਤੇ ਇੰਨੀ ਗੱਲ ਤੇ ਉਹਨਾਂ ਨੂੰ ਉੱਥੋਂ ਤ੍ਰਿਪੁਰਾ 'ਚੋਂ ਆਈਆਂ ਨੂੰ ਅਸਾਮ 'ਚੋਂ ਫੜ ਕੇ ਲਿਜਾ ਕੇ ਤ੍ਰਿਪੁਰਾ 'ਚ ਪੇਸ਼ ਕੀਤਾ ਜਾਂਦਾ। ਪੱਤਰਕਾਰ ਕੁੜੀਆਂ ਨੂੰ ਕਿੰਨੇ ਪੱਤਰਕਾਰ ਮਾਰੇ ਗਏ ਨੇ। ਅੱਜ ਦੇ ਇਸ ਮੀਡੀਆ ਦਿਵਸ ਦੇ ਉੱਤੇ ਅਸੀਂ ਉਹਨਾਂ ਸਾਰਿਆਂ ਨੂੰ ਵੀ ਯਾਦ ਕਰਦੇ ਹਾਂ, ਪਰ ਇਹ ਕਹਾਂਗੇ ਕਿ ਤੁਹਾਨੂੰ ਕਿਸੇ ਨੇ ਸਜ਼ਾ ਲਾ ਕੇ ਇਸ ਫੀਲਡ ਵਿੱਚ ਨਹੀਂ ਭੇਜਿਆ, ਆਪਣੀ ਮਰਜ਼ੀ ਨਾਲ ਆਏ ਹੋ। ਜੇ ਆਏ ਹੋ ਤੇ ਉਖੜੀ 'ਚ ਸਿਰ ਦਿੱਤਾ ਤੇ ਮੋਹਲੇ ਨਹੀਂ ਗਿਣੀਦੇ। ਇਸ ਆਜ਼ਾਦੀ ਲਹਿਰ 'ਚ ਪੱਤਰਕਾਰਾਂ ਨੇ ਜਾਇਦਾਦਾਂ ਜ਼ਬਤ ਕਰਵਾਈਆਂ ਸੀ, ਕੈਦਾਂ ਭੁਗਤੀਆਂ ਸੀ। ਇਸ ਪੱਤਰਕਾਰੀ ਨੂੰ ਕਾਇਮ ਰੱਖਣ ਵਾਸਤੇ ਜੇ ਲੋੜ ਪਵੇ ਤੇ ਇਸ ਵੇਲੇ ਸਮੇਂ ਦੇ ਜਿਹੜੇ ਸਰਕਾਰਾਂ ਚਲਾਉਣ ਵਾਲੇ ਉਹਨਾਂ ਦੇ ਜ਼ਬਰ ਅੱਗੇ ਇੱਕ ਵਾਰੀ ਫਿਰ ਡਟਣਾ ਪੈਣਾ, ਨਹੀਂ ਤੇ ਫਿਰਕਾ ਪ੍ਰਸਤੀ ਦੀ ਕਾਂਗ ਚੜ੍ਹੀ ਆਉਂਦੀ ਹੈ, ਉਹ ਚੜ੍ਹੀ ਰੋਕੀ ਨਾ ਗਈ ਤੇ ਦੇਸ਼ ਦਾ ਨੁਕਸਾਨ ਕਰੇਗੀ। ਜੀ, ਇੱਕ ਹਫ਼ਤਾ ਨਹੀਂ ਪੈਂਦਾ ਆਪਾਂ ਨੂੰ ਸਰ, ਨਵਜੋਤ ਸਿੰਘ ਸਿੱਧੂ ਕੋਈ ਨਾ ਕੋਈ ਬਿਆਨ ਦਿੰਦੇ ਆ। ਹੁਣ ਹਫ਼ਤਾ ਕੁ ਪਿਆ ਸੀਗਾ, ਟਵੀਟਾਂ ਦੀ ਝੜੀ ਲਗਾਤੀ ਹੈ, ਕੋਈ ਕਹਿੰਦਾ। ਦੂਸਰੇ ਪਾਸੇ ਸਰਕਾਰ ਨੂੰ ਫਿਰ ਲੈ ਕੇ ਗੱਲਾਂ ਬਾਤਾਂ ਕਹਿਤੀਆਂ, ਕੰਮ ਨਹੀਂ ਸਹੀ ਤਰੀਕੇ ਨਾਲ ਕਰ ਰਹੀ ਹੈ। ਕਿਵੇਂ ਦੇਖਦੇ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਸਾਰੇ ਕੰਮਾਂ ਨੂੰ ਜਾਂ ਕਾਰਵਾਈਆਂ ਨੂੰ? ਪਤਾ ਨਹੀਂ, ਉਹਦੇ ਜਦੋਂ ਮੈਸੇਜ ਆਉਂਦੇ ਲਿਖਿਆ ਹੁੰਦਾ ਸ਼ੈਰੀ ਔਨ ਟੌਪ, ਜਿਹੜਾ ਪਹਿਲਾਂ ਹੀ ਆਪਣੇ ਆਪ ਨੂੰ ਟੌਪ ਤੇ ਸਮਝਦਾ, ਥੋੜ੍ਹਾ ਜਿਹਾ ਬਾਕੀਆਂ ਦੇ ਬਰਾਬਰ ਆ ਕੇ ਇਹ ਕਿਉਂ ਨਹੀਂ ਸਮਝਦਾ ਕਿ ਬਾਕੀ ਲੋਕ ਵੀ ਇਨਸਾਨ ਨੇ। ਜੰਜਕ ਪੱਤੀ ਤੇ ਸੁਥਰਾ ਭਲਾ ਮਾਨਸ ਵਾਲੀ ਗੱਲ ਨਾ ਕਰੇ। ਉਹਨੂੰ ਹਰ ਇੱਕ ਦੇ ਔਗਣ ਤੇ ਸਿਰਫ ਔਗਣ ਹੀ ਦਿਸਦੇ ਆ। ਇਹ ਕਹਿੰਦਾ ਮੈਂ ਜਦੋਂ ਬੋਲਦਾ ਸੱਚ ਬੋਲਦਾ। ਜਿੱਦਣ ਸ਼ੰਭੂ ਵਾਲੇ ਬੈਰੀਅਰ ਦੇ ਲਾਗੇ ਜਾ ਕੇ ਇੱਕ MLA ਦੇ ਘਰ ਖਲੋ ਕੇ ਭੀੜ ਦੇ ਵਿੱਚ ਇਹ ਆਖਿਆ ਸੀ, ਅਗਲੀ ਚੋਣ 'ਚ ਸਾਡਾ ਉਮੀਦਵਾਰ ਹੋਊਗਾ, ਪਰ ਇਹਨੂੰ ਇਹ ਸੋਚ ਕੇ ਵੋਟਾਂ ਨਹੀਂ ਪਾਉਣੀਆਂ ਕਿ ਇਹ ਖੜਾ, ਇਹ ਸੋਚ ਕੇ ਪਾਇਓ ਵੋਟਾਂ ਕਿ ਇੱਥੇ ਨਵਜੋਤ ਸਿੰਘ ਸਿੱਧੂ ਖੜਾ। ਲੋਕਾਂ ਨੂੰ ਪੁੱਛ ਲਿਆ ਸੀ ਉਸ MLA ਬਾਰੇ ਲੋਕਾਂ ਦੇ ਕੀ ਵਿਚਾਰ ਸੀ। ਹੁਣ ਠੀਕ ਆ, ਪਾਰਟੀਆਂ ਚੱਲਦੀਆਂ, ਕੁਝ ਮਜਬੂਰੀਆਂ ਹੁੰਦੀਆਂ, ਕੁਝ ਗਲਤੀਆਂ ਹੁੰਦੀਆਂ, ਉਹਨਾਂ ਨੂੰ ਰਲ ਕੇ ਜੇ ਕੋਈ ਮਤਭੇਦ ਹੋਣ ਤੇ ਅੰਦਰ ਨਜਿੱਠਣੇ ਚਾਹੀਦੇ ਆ ਜੀ। ਹਰ ਹਫ਼ਤੇ ਇੱਕ ਵਾਰੀ ਬੈਠ ਜਾਓ, ਸਿਰ ਜੋੜ ਕੇ ਆਖੋ ਸਾਡਾ ਸਮਝੌਤਾ ਹੋ ਗਿਆ, ਤੇ ਅਗਲੇ ਹਫ਼ਤੇ ਫਿਰ ਉਹ ਕਪੱਤ ਜਨਤਕ ਤੌਰ ਤੇ ਸ਼ੁਰੂ ਕਰ ਦਿਓ। ਮੁੱਖ ਮੰਤਰੀ ਕਿਸੇ ਥਾਂ ਜਾ ਕੇ ਐਲਾਨ ਕਰੇ ਅਸੀਂ ਆਹ ਛੋਟਾਂ ਦਿੱਤੀਆਂ, ਆਹ ਸਕੀਮਾਂ ਚਲਾਈਆਂ, ਤੇ 5 ਮਿੰਟਾਂ ਬਾਅਦ ਸ਼ੈਰੀ ਔਨ ਟਾਪ ਨਵਜੋਤ ਸਿੰਘ ਸਿੱਧੂ ਦਾ ਟਵੀਟ ਆ ਜਾਵੇ, ਐਲਾਨ ਕਰੀ ਜਾਂਦੇ ਹੋ, ਲੋਕਾਂ ਨੂੰ ਲਾਲੀਪਾਪ ਵੰਡਦੇ ਹੋ, ਪੈਸੇ ਕਿੱਥੋਂ ਆਉਣੇ? ਜਿੱਦਣ ਤੁਸੀਂ ਬੈਠੇ ਸੀ ਸਾਰੇ ਉੱਥੇ, ਕੇਂਦਰ ਤੋਂ ਤੁਹਾਡਾ ਪੰਜਾਬ ਦੀ ਕਾਂਗਰਸ ਦਾ ਇੰਚਾਰਜ ਹਰੀਸ਼ ਚੌਧਰੀ ਆਇਆ ਸੀ। ਉਹਦੇ ਨੇ ਗੱਲਾਂ ਤੈਅ ਕਰ ਲੈਣੀਆਂ ਸੀ, ਘੇਰੀ ਕੀਤੀਆਂ ਕਿਉਂ ਨਾ? ਲੋਕਾਂ ਸਾਹਮਣੇ ਜਾਂ ਤਾਂ ਤੁਸੀਂ ਲੜ ਕੇ ਇਹ ਕਰਦੇ ਪਏ ਹੋ ਕਿ ਜਿਹੜੀ ਟਾਹਣੀ ਤੇ ਬੈਠੇ ਆ ਉਹਨੂੰ ਟੱਕ ਲਾ ਰਹੇ ਅਗਲੀਆਂ ਚੋਣਾਂ 'ਚ ਜਿੱਤਣ ਦਾ ਇਰਾਦਾ ਨਹੀਂ, ਜਾਂ ਇਹ ਆ ਕਿ ਤੁਸੀਂ ਅੰਦਰ ਖਾਤੇ ਮਿਲੇ ਆ ਤੇ ਬਾਹਰ ਪਬਲਿਕ ਸਾਹਮਣੇ ਡਰਾਮਾ ਕਰਦੇ ਪਏ। ਦੋ 'ਚੋਂ ਇੱਕ ਗੱਲ ਤਾਂ ਹੈਗੀ ਜੀ, ਪਤਾ ਤਾਂ ਲੱਗ ਜਾ ਤੁਸੀਂ ਕੀ ਕਰਦੇ ਪਏ। ਜੇ ਰੋਜ਼ ਹੀ ਉੱਠ ਕੇ ਇਹ ਆਖਣਾ ਕਿ ਮੇਰਾ ਮੁੱਖ ਮੰਤਰੀ ਨਿਕੰਮਾ ਐਵੇਂ ਐਲਾਨ ਕਰੀ ਜਾਂਦਾ, ਇਹ ਐਲਾਨ ਨਹੀਂ ਗਏ ਨੇ ਤੁਹਾਨੂੰ ਦੇਣਾ ਕੱਖ ਨਹੀਂ, ਇਹ ਸਿਰਫ ਲਾਲੀਪਾਪ ਵਿਖਾ ਰਿਹਾ। ਆਪਣੇ ਮੁੱਖ ਮੰਤਰੀ ਬਾਰੇ ਇਹ ਕਹਿਣਾ ਕਿ ਐਲਾਨ ਕਰਕੇ ਸਿਰਫ ਲਾਲੀਪਾਪ ਵਿਖਾ ਰਿਹਾ, ਇਹਦਾ ਮਤਲਬ ਕੀ ਆ? ਪਬਲਿਕ ਨੂੰ ਇਹ ਕਹਿਣਾ ਕਿ ਮੇਰਾ ਮੁੱਖ ਮੰਤਰੀ ਝੂਠਾ, ਤੇ ਜੇ ਉਹ ਬੰਦਾ ਕਹਿ ਰਿਹਾ ਮੇਰਾ ਮੁੱਖ ਮੰਤਰੀ ਝੂਠਾ, ਜਿਹੜਾ ਮੁੱਖ ਮੰਤਰੀ ਦੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਹੈ, ਤੇ ਨਾਲ ਆਖੀ ਜਾਂਦਾ ਮੈਂ 80 ਤੋਂ 100 ਸੀਟਾਂ ਜਿੱਤਣੀਆਂ, ਤੇ ਜਿੱਤੂ ਕਿਹੜੀ ਗੱਲ ਤੇ? ਲੋਕਾਂ ਨੂੰ ਇਹ ਕਹਿ ਕੇ ਕਿ ਪਹਿਲਾਂ ਇੱਕ ਬੈਠਾ ਸੀ 4.5 ਸਾਲ ਐਸ਼ ਕਰਦਾ ਰਿਹਾ, ਸੀਤਾਫਲ ਖਾਂਦਾ ਰਿਹਾ, ਉਹਦੇ ਜਾਣ ਤੋਂ ਬਾਅਦ ਇੱਕ ਹੋਰ ਅਸੀਂ ਬਣਾਇਆ ਸੀ, ਇਹ ਲਾਲੀਪਾਪ ਵੰਡਦਾ ਰਿਹਾ। ਨਾ ਉਹ 4.5 ਸਾਲ ਵਾਲਾ ਚੰਗਾ ਸੀ, ਨਾ ਇਹ 4.5 ਮਹੀਨਿਆਂ ਵਾਲਾ ਚੰਗਾ ਤੇ ਮੈਂ ਸਾਂ, ਮੈਨੂੰ ਮੌਕਾ ਨਹੀਂ ਮਿਲਿਆ। ਇਹਨਾਂ ਸਾਰਿਆਂ ਖੇਡ ਆਈ ਆ। ਪੰਜਾਬ ਦੇ ਲੋਕੋ, ਸਾਡੇ ਤੋਂ ਖੇ ਉੱਡਣ 'ਚ ਕਸਰ ਰਹਿ ਗਈ ਹੋਵੇ ਤੇ ਇੱਕ ਵਾਰੀ ਸਾਨੂੰ ਫਿਰ 80-90 ਸੀਟਾਂ ਜਿਤਾ ਦਿਓ। ਹਾਂ ਕਹਿ ਕੇ ਵੋਟਾਂ ਮੰਗਣੀਆਂ ਲੋਕਾਂ ਤੋਂ? ਤੇਰੇ ਅੰਦਰ ਦੀ ਕੋਈ ਗੱਲਬਾਤ ਹੈ ਤੇ ਅੰਦਰ ਆਪਣਾ ਉਬਾਲ ਕੱਢ, ਪਬਲਿਕ ਸਾਹਮਣੇ ਜਾ ਕੇ ਜੋ ਕਰਦਾ ਪਿਆ ਉਹਦਾ ਫਾਇਦਾ ਨਹੀਂ ਹੋਣਾ। ਉਹ ਜਿਹੜੇ ਢੰਗ ਨਾਲ ਇਸ ਵੇਲੇ ਲੱਗਾ, ਉਹ ਢੰਗ ਉਹਦਾ ਸਾਊ ਨਹੀਂ ਜੀ। ਮੈਂ ਬੇਨਤੀ ਕਰੂੰਗਾ ਕਿ ਇਹ ਕਾਂਗਰਸ ਵਾਲਿਆਂ ਦਾ ਮਾਮਲਾ ਕਾਂਗਰਸੀ ਜਾਣਨ। ਅਸੀਂ ਪੱਤਰਕਾਰ, ਸਾਨੂੰ ਤਾਂ ਰੋਜ਼ ਇੱਕ ਉੱਠ ਕੇ ਸਵੇਰੇ ਸਟੋਰੀ ਮਿਲ ਜਾਂਦੀ ਹੈ ਜਦੋਂ ਇਹਦਾ ਨਵਜੋਤ ਸਿੰਘ ਸਿੱਧੂ ਦਾ ਬਿਆਨ ਆ ਜਾਂਦਾ, ਜੇ ਨਾ ਵੀ ਇਹ ਬੋਲੇ ਤਾਂ ਬੀਬੀ ਸਿੱਧੂ ਬਿਆਨ ਦੇ ਦਿੰਦੀ ਹੈ। ਪਰ ਇਹ ਤੁਹਾਡੀ ਆਪਣੀ ਪਾਰਟੀ ਵਾਸਤੇ, ਤੁਹਾਡੀ ਸਰਕਾਰ ਵਾਸਤੇ ਘਾਟੇ ਬੰਦਾ, ਮਰਜ਼ੀ ਹੈ ਆਪਕੀ, ਆਖਰ ਸਿਰ ਵੀ ਹੈ ਆਪਕਾ। ਜੀ, ਪੰਜ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਗਿਆ।
ਪੰਜਾਬ ਭਾਜਪਾ ਦੇ ਲੀਡਰ ਮਿਲ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਦੋ ਚੀਜ਼ਾਂ ਹੁਣ ਸਭ ਤੋਂ ਵੱਧ ਇਸ ਵੇਲੇ ਚਰਚਾ ਹੋ ਰਹੀਆਂ। ਕੁਝ ਲੋਕ ਇਹਨੂੰ ਸਿਆਸੀ ਪੱਖ ਤੋਂ ਦੇਖ ਰਹੇ ਆ, ਕੋਈ ਮਾਮਲੇ ਕਹਿੰਦੇ ਆ ਕਿ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਤੁਸੀਂ ਕਿਵੇਂ ਦੇਖਦੇ ਹੋ? ਇਹ ਪਹਿਲਾਂ ਇਹ ਕਿਉਂ ਕਹਿੰਦੇ ਕਿ ਖੋਲ ਦਿੱਤਾ ਗਿਆ? ਕਹਿ ਲੈਣਾ ਚਾਹੀਦਾ ਕਿ ਹੁਣ ਇਹ ਖੋਲ੍ਹਣਾ ਪੈ ਗਿਆ। ਪਹਿਲਾਂ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਉੱਥੇ ਗਿਆ ਸੀ ਤੇ ਉਹਨਾਂ ਨੂੰ ਕਹਿਤਾ ਸੀ ਲਾਂਘਾ ਖੋਲ੍ਹਣਾ, ਇੱਥੇ ਭਾਜਪਾ ਵਾਲੇ ਵੀ ਤੇ ਉਦੋਂ ਤੇ ਅਕਾਲੀ ਵੀ ਸਰਕਾਰ 'ਚ ਕੇਂਦਰ 'ਚ ਸ਼ਾਮਲ ਸੀ, ਸਾਰੇ ਇਸ ਲਾਂਘਾ ਖੋਲ੍ਹਣ ਦਾ ਵਿਰੋਧ ਕਰਦੇ ਰਹੇ। ਇਹਨਾਂ 'ਚੋਂ ਇੱਕ ਜਣਾ ਬਾਂਹ ਖੜੀ ਕਰਕੇ ਦੱਸੇ ਜਿਹਨੇ ਉਦੋਂ ਇਹਦੀ ਹਮਾਇਤ ਕੀਤੀ ਸੀ ਜੀ। ਬਾਅਦ 'ਚ ਹਾਲਾਤ ਬਦਲ ਗਏ, ਸਾਰੀ ਦੁਨੀਆ ਦੇ ਵਿੱਚੋਂ ਸਿੱਖਾਂ ਦਾ ਪ੍ਰੈਸ਼ਰ ਪਿਆ, ਪੰਜਾਬ ਦੇ ਵਿੱਚੋਂ ਪੰਜਾਬ ਦੀ ਸਰਕਾਰ ਵੀ ਇਸ ਪਾਸੇ ਨੂੰ ਆ ਗਈ, ਚਲੋ ਠੀਕ ਹੈ ਲਾਂਘਾ ਖੋਲ੍ਹ ਦੇਣਾ ਚਾਹੀਦਾ। ਪਹਿਲਾਂ ਤਾਂ ਸਾਡਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਨਹੀਂ ਸੀ ਮੰਨਦਾ, ਫਿਰ ਨਰਿੰਦਰ ਮੋਦੀ ਸਾਹਿਬ ਨੇ ਆਖਿਆ ਚੰਗਾ ਖੋਲ੍ਹ ਦਿੰਦੇ ਹਾਂ, ਤੇ ਰਾਤੋਂ ਰਾਤ ਹੀ ਸਾਰੇ ਇਹ ਬਦਲ ਗਏ। ਜਿਹੜੇ ਇੱਕ ਦਿਨ ਪਹਿਲਾਂ ਕਹਿੰਦੇ ਸੀ ਨਹੀਂ ਇਹ ਘਾਟੇ ਬੰਦਾ ਹੋਊਗਾ, ਇੱਥੋਂ ਘੁਸਪੈਠ ਹੋਊਗੀ, ਉਹ ਹੀ ਲੱਗ ਪਏ ਕਹਿਣ ਨਰਿੰਦਰ ਮੋਦੀ ਜੀ ਸਿੱਖਾਂ ਨੂੰ ਬਹੁਤ ਪਿਆਰ ਕਰਦੇ, ਇਸ ਕਰਕੇ ਲਾਂਘਾ ਖੋਲ੍ਹਤਾ ਜੀ। ਸਿੱਖਾਂ ਨੂੰ ਪਿਆਰ ਇੱਕ ਦਿਨ ਪਹਿਲਾਂ ਕਿਉਂ ਨਹੀਂ ਕਰਦੇ? ਮੋਦੀ ਸਾਹਿਬ ਰਾਤੋਂ ਰਾਤ ਉਹਨਾਂ ਨੂੰ ਪਿਆਰ ਕਿੱਦਾਂ ਜਾਗ ਪਿਆ? ਲਾਂਘਾ ਖੁੱਲ੍ਹ ਗਿਆ। ਖੋਲ੍ਹਣ ਵੇਲੇ ਕੀ ਕੁਛ ਹੋਇਆ ਮੈਂ ਉਹਦੀ ਕਹਾਣੀ ਨਹੀਂ ਪਾਉਣੀ ਚਾਹੁੰਦਾ। ਉਹ ਤੋਂ ਬਾਅਦ ਚੰਗਾ ਭਲਾ ਚੱਲਦਾ ਪਿਆ ਸੀ, ਕੋਵਿਡ ਦੀ ਸਮੱਸਿਆ ਆ ਗਈ ਜਿਹਨੇ ਸਾਰੀ ਦੁਨੀਆ ਹੀ ਲਾਕਡਾਊਨ ਕਰ ਦਿੱਤੀ। ਉੱਤੇ ਉੱਡਦੇ ਜਹਾਜ਼ ਥੱਲੇ ਉਤਰ ਗਏ, ਜਿਹੜੇ ਸਮੁੰਦਰਾਂ 'ਚ ਘੁੰਮਦੇ ਜਹਾਜ਼ ਸੀ ਕੰਢਿਆਂ 'ਤੇ ਲੱਗ ਗਏ, ਰੇਲ ਗੱਡੀਆਂ ਬੰਦ, ਬੱਸਾਂ ਬੰਦ, ਸਭ ਕੁਝ ਬੰਦ, ਏਅਰਪੋਰਟ ਬੰਦ, ਬੰਦਰਗਾਹਾਂ ਬੰਦ, ਤੇ ਲਾਂਘਾ ਵੀ ਬੰਦ ਹੋ ਗਿਆ। ਇਹ ਲਾਂਘਾ ਮਜਬੂਰੀ 'ਚ ਬੰਦ ਕੀਤਾ ਗਿਆ ਸੀ। ਹੁਣ ਪਿਛਲੇ 2 ਮਹੀਨਿਆਂ ਤੋਂ ਮੰਗ ਉੱਠ ਰਹੀ ਸੀ ਲਾਂਘਾ ਖੋਲ੍ਹ ਦਿਓ, ਤੇ ਭਾਰਤ ਸਰਕਾਰ ਖੋਲ੍ਹਦੀ ਨਹੀਂ ਸੀ। ਕਦੇ ਕਹਿੰਦੇ ਸੀ ਉੱਧਰ ਬਿਮਾਰੀ ਵੱਧ ਗਈ, ਕਦੇ ਕਹਿੰਦੇ ਸੀ ਇੱਧਰ ਵੱਧ ਗਈ। ਹੁਣ ਉੱਧਰ ਵੀ ਨਹੀਂ ਇੱਧਰ ਵੀ ਨਹੀਂ, ਦੋਵੇਂ ਪਾਸੇ ਠੀਕ ਠਾਕ ਹੈ। ਜਦੋਂ ਪੰਜਾਬ ਤੋਂ ਜਥੇ ਜਾ ਕੇ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਤੱਕ ਹੋ ਆਉਂਦੇ ਆ, ਤੇ 3 ਕਿਲੋਮੀਟਰਾਂ 'ਚ ਇੱਥੇ ਜਿਹੜੇ ਲੋਕੀ ਮੱਥਾ ਟੇਕਣ ਜਾਣਗੇ ਉਹਨਾਂ ਨੂੰ ਕੀ ਹੋਊਗਾ? ਕੋਈ ਬਹੁਤੀ ਵੱਡੀ ਗੱਲ ਨਹੀਂ। ਲਾਂਘਾ ਖੋਲ੍ਹਣ ਵਾਸਤੇ ਜ਼ੋਰ ਪੈ ਰਿਹਾ ਸੀ। ਅਖੀਰ ਨਰਿੰਦਰ ਮੋਦੀ ਸਾਹਿਬ ਨੇ ਸੋਚਿਆ ਕਿ ਜੇ ਖੋਲ੍ਹਣਾ ਹੀ ਖੋਲ੍ਹਣਾ ਤੇ ਜਾਂਦੇ ਜਾਂਦੇ ਸਿੱਖਾਂ ਦੇ ਸਿਰ ਇੱਕ ਆਸਾਨ ਤੇ ਕਰ ਦਿਓ। ਭਾਜਪਾ ਦੇ ਸਾਰੇ ਲੀਡਰ ਅੰਮ੍ਰਿਤਸਰ ਵਾਲੇ, ਪਠਾਨਕੋਟ ਵਾਲੇ, ਫਿਰੋਜ਼ਪੁਰ ਵਾਲੇ, ਰਾਜਪੁਰੇ ਵਾਲੇ ਵੀ, ਜਿਹੜੇ ਰੋਜ਼ ਉਲਟੇ ਬਿਆਨ ਦਿੰਦੇ ਨੇ, ਸਾਰਿਆਂ ਨੂੰ ਇਕੱਠਿਆਂ ਸੱਦ ਕੇ ਇੱਕ ਫੋਟੋ ਆਪਣੇ ਨਾਲ ਖਿਚਾਈ, ਇੱਕ ਰਾਸ਼ਟਰਪਤੀ ਨਾਲ ਖਿਚਵਾਤੀ, ਜਾ ਕੇ ਡਰਾਇੰਗ ਰੂਮ 'ਚ ਲਾ ਦਿਓ, ਇੱਕ ਗ੍ਰਹਿ ਮੰਤਰੀ ਨਾਲ ਖਿਚਵਾ ਕੇ ਤੇ ਕਹਿਤਾ ਕਿ ਅਸੀਂ ਲਾਂਘਾ ਖੋਲ੍ਹ ਦੇਣ ਲੱਗੇ। ਇਹਦੇ ਨਾਲ ਇੱਕ ਖਬਰ ਅੱਜ ਹੋਰ ਆਈ ਹੈ, ਉਹ ਬਹੁਤੇ ਲੋਕਾਂ ਅਜੇ ਨਹੀਂ ਪੜ੍ਹੀ। ਉਹ ਇਹ ਹੈ ਕਿ 99 ਦੇਸ਼ ਜਿਨ੍ਹਾਂ ਦੇ ਵਿੱਚ ਫਲਾਈਟਾਂ ਆਉਣ ਜਾਣ, ਯਾਤਰੂਆਂ ਦੇ ਆਉਣ ਜਾਣ ਤੇ ਪਾਬੰਦੀ ਕੋਵਿਡ ਦਾ ਕਰਕੇ ਸੀ, ਉਹਨਾਂ ਤੋਂ ਵੀ ਪਾਬੰਦੀ ਅੱਜ ਚੁੱਕੀ ਗਈ ਜੀ। ਜਦੋਂ 10-12 ਦੇਸ਼ਾਂ ਤੋਂ ਪਹਿਲਾਂ ਚੁੱਕੀ ਸੀ, 99 ਦੇਸ਼ਾਂ ਤੋਂ ਅੱਜ ਚੁੱਕ ਦਿੱਤੀ ਹੈ। ਤੇ ਕਰਤਾਰਪੁਰ ਕੱਲੇ ਦਾ ਲਾਂਘਾ ਬੰਦ ਰੱਖ ਕੇ ਤੇ ਮੂੰਹ ਕੀ ਵਿਖਾਉਣਾ ਸੀ ਲੋਕਾਂ ਨੂੰ ਜੀ? ਰਾਹ ਕੋਈ ਨਹੀਂ ਸੀ ਰਹਿ ਗਿਆ, ਲਾਂਘਾ ਤਾਂ ਖੁੱਲ੍ਹਣਾ ਹੀ ਪੈਣਾ ਸੀ। ਇਹ ਆ ਕਿ ਖੋਲ੍ਹਣ ਵੇਲੇ ਵੀ ਜਾਂਦਿਆਂ ਜਾਂਦਿਆਂ ਇਹਦੇ 'ਚੋਂ ਪੋਲੀਟੀਕਲ ਰਾਜਨੀਤਿਕ ਫਾਇਦਾ ਲੈਣ ਵਾਸਤੇ ਆਪਣੇ ਉਹਨਾਂ ਲੀਡਰਾਂ ਨੂੰ ਸੱਦ ਕੇ, ਜਿਨ੍ਹਾਂ ਨੂੰ ਕੋਈ ਉੱਥੇ ਕਿਸੇ ਦੇ ਘਰ ਵਿਆਹ ਦੇ ਉੱਤੇ ਸ਼ਗਨ ਪਾਉਣ ਜਾਂਦਿਆਂ ਨੂੰ ਵੀ ਵੇਖ ਲਓ ਤੇ ਲੋਕੀ ਘੇਰ ਲੈਂਦੇ ਆ, ਉਹਨਾਂ ਨੂੰ ਦਿੱਲੀ ਸੱਦ ਕੇ ਫੋਟੋ ਖਿਚਾਈਆਂ ਤੇ ਆਖਿਆ ਇਹਨਾਂ ਦੇ ਆਖੇ ਖੋਲ੍ਹਿਆ, ਉੱਦਾਂ ਤੇ ਅਸੀਂ ਨਹੀਂ ਸੀ ਖੋਲ੍ਹਣਾ ਪਰ ਇਹਨਾਂ ਦੇ ਆਖੇ ਖੋਲ੍ਹਿਆ। ਔਰ ਉਹ ਸਾਰੇ ਬਿਆਨ ਦੇਈ ਜਾਂਦੇ ਆ ਪ੍ਰਧਾਨ ਮੰਤਰੀ ਜੀ ਨੇ ਖੋਲ੍ਹਤਾ, ਸਾਡੀ ਅਪੀਲ ਤੇ ਖੋਲ੍ਹਤਾ, ਤੁਹਾਡੀ ਅਪੀਲ ਤੇ ਨਹੀਂ ਖੋਲ੍ਹਿਆ। ਜਦੋਂ ਸਾਰੀ ਦੁਨੀਆ ਦੇ ਏਅਰਪੋਰਟਾਂ ਤੇ ਫਲਾਈਟਾਂ ਖੋਲ੍ਹ ਦਿੱਤੀਆਂ ਨੇ, ਇਹ ਕਹਿਤਾ ਮੁਸਾਫਰ ਆ ਜਾ ਸਕਦੇ ਆ। 99 ਦੇਸ਼ਾਂ ਦਾ ਲਾਂਘਾ ਇੱਕੋ ਦਿਨ ਖੋਲ੍ਹਿਆ। ਇਹ 99 ਦੇਸ਼ਾਂ ਦੇ ਰੂਟ ਤੇ ਪਾਸਪੋਰਟ ਤੇ ਫਲਾਈਟਾਂ ਇੱਕੋ ਦਿਨ ਖੋਲ੍ਹੇ ਨੇ, ਤੇ ਉਹਦੇ ਨਾਲ ਕਰਤਾਰਪੁਰ ਸਾਹਿਬ ਦਾ 3 ਕਿਲੋਮੀਟਰ ਦਾ ਲਾਂਘਾ ਵੀ ਖੋਲ੍ਹਤਾ। ਇਹ ਸਾਡੇ ਸਿਰ ਬਦੋਬਦੀ ਦਾ ਕੋਈ ਆਸਾਨ ਨਾ ਕਰੋ ਕਿ ਅਸੀਂ ਖੁਲਾਏ ਹਾਂ। ਸੱਚਾਈ ਇਹ ਹੈ ਕਿ ਖੋਲ੍ਹਿਆ ਨਹੀਂ, ਤੁਹਾਨੂੰ ਖੋਲ੍ਹਣਾ ਪੈ ਗਿਆ, ਕਿਉਂਕਿ ਸਾਰੀ ਦੁਨੀਆ ਦੇ ਖੋਲ੍ਹਦਿਆਂ ਤੁਸੀਂ ਇਹਨੂੰ ਇਕੱਲੇ ਨੂੰ ਰੋਕ ਕੇ ਰੱਖ ਹੀ ਨਹੀਂ ਸੀ ਸਕਦੇ। ਹੁਣ ਇਹਦੇ 'ਚੋਂ ਹਰ ਕੋਈ ਆਪੋ ਆਪਣੇ ਥਾਂ ਦੇ ਉੱਤੇ ਫਾਇਦਾ ਲੈਣ ਦਾ ਯਤਨ ਕਰਦਾ। ਥੋੜ੍ਹੀ ਦੇਰ ਪਹਿਲਾਂ ਮੇਰੇ ਕੋਲ ਇੱਕ ਮੈਸੇਜ ਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੰਦੇ ਕਹਿੰਦੇ ਆ ਕਿ ਇਹ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਕਹਿਣ ਤੇ ਖੋਲ੍ਹਿਆ। ਹਰ ਕੋਈ ਆਪਣੇ ਢੰਗ ਨਾਲ ਆਖੀ ਜਾਂਦਾ ਸੀ ਸਾਡੇ ਕਹਿਣ ਤੇ ਖੋਲ੍ਹਿਆ। ਖੁਲਾ ਲਓ, ਜੋ ਮਰਜ਼ੀ ਕਰੀ ਜਾਓ। ਸੱਚੀ ਗੱਲ ਕੀ ਹੈ ਕਿ ਇਹ ਹਾਲਾਤ ਬਦਲ ਗਏ ਨੇ, ਕੋਵਿਡ ਦਾ ਪ੍ਰੈਸ਼ਰ ਘਟ ਗਿਆ, ਦੁਨੀਆ ਭਰ ਦੇ ਦੇਸ਼ ਕੁਛ ਨਾ ਕੁਛ ਖੁੱਲ੍ਹਾ ਦਿੰਦੇ ਪਏ ਆ। ਉਹਨਾਂ ਖੁੱਲ੍ਹਾਂ 'ਚੋਂ ਇੱਕ ਖੁੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਜੇ ਭਾਰਤ ਸਰਕਾਰ ਨੇ ਦੇ ਦਿੱਤੀ ਹੈ ਤੇ ਕੋਈ ਬਹੁਤ ਵੱਡਾ ਅਹਿਸਾਨ ਸਿੱਖਾਂ ਜਾਂ ਪੰਜਾਬੀਆਂ ਦੇ ਸਿਰ ਨਹੀਂ ਕਰ ਦਿੱਤਾ। ਉਹ ਤਾਂ ਸੀ ਜੇ ਥੋੜ੍ਹਾ ਪਹਿਲਾਂ ਖੋਲ੍ਹ ਦਿੰਦੇ। ਹੁਣ ਤਾਂ ਬਲਕਿ ਇਹ ਹੈ ਕਿ ਜਿਹੜੀਆਂ ਬਾਕੀ ਦੀਆਂ ਰੋਕਾਂ ਉਹ ਵੀ ਹੌਲੀ ਹੌਲੀ ਚੁੱਕੋ। ਅਜੇ ਪਰਸੋਂ ਤਾਂ
1000 ਦੇ ਕਰੀਬ ਯਾਤਰੂਆਂ ਨੂੰ ਵੀਜ਼ੇ ਦਿੱਤੇ ਗਏ, ਜਿਨ੍ਹਾਂ ਨਨਕਾਣਾ ਸਾਹਿਬ, ਪੰਜਾ ਸਾਹਿਬ ਜਾਣਾ। ਜੀ। ਤੇ ਇਹ ਤਾਂ ਸਿਰਫ 3 ਕਿਲੋਮੀਟਰ ਦਾ ਮਾਮਲਾ, ਇਹਦਾ ਆਸਾਨ ਨਾ ਚਾੜੋ, ਖੁੱਲ ਗਿਆ, ਸਵਾਗਤ ਵਾਲੀ ਗੱਲ ਆ, ਚੰਗਾ ਹੋਇਆ। ਪਰ ਸਾਹਿਬ ਕਿਸਾਨਾਂ ਦੀ ਗੱਲ ਜ਼ਰੂਰ ਕਰਨੀ ਹੈ। 70,000 ਕਿਸਾਨਾਂ ਦੀ ਜ਼ਮੀਨ ਦੀ ਮੈਪਿੰਗ ਹੋਈ ਹੈ ਤੇ ਉਹ ਸ਼ੱਕੀ ਪਾਈ ਗਈ ਹੈ। ਦੂਸਰੇ ਪਾਸੇ ਝੋਨੇ ਦੀ ਫਸਲ ਜਦੋਂ ਵੇਚੀ ਗਈ ਸੀਗੀ ਤੇ ਉਹਦੀ ਅਦਾਇਗੀ ਹੁਣ ਰੋਕ ਦਿੱਤੀ ਗਈ ਹੈ, ਇਹਦਾ ਕੀ ਕਾਰਨ? ਦੇਖੋ, ਜਿਹੜੀ ਮੈਪਿੰਗ ਹੋਈ ਆ ਉਹ ਹੋਈ 11 ਲੱਖ ਤੋਂ ਵੱਧ ਦੀ, ਉਹ 'ਚੋਂ 70,000 ਕੇਸ ਜਿਹੜੇ ਸ਼ੱਕੀ ਪਾਏ ਗਏ। ਮੈਂ ਸਮਝਦਾ ਕਿ ਜਿਹੜਾ ਫਾਰਮੂਲਾ ਇਹ ਕਹਿੰਦੇ ਬਣਾਇਆ, ਉਹਦੇ ਨਾਲ 70,000 ਵੀ ਘੱਟ ਆ, 2,70,000 ਵੀ ਕਰ ਸਕਦੇ ਸੀ। ਬਹੁਤ ਸਾਰੇ ਕਿਸਾਨ ਉਹ ਆ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਨਹੀਂ ਜੀ। ਕੁਝ ਉਹ ਆ ਜਿਨ੍ਹਾਂ ਦਾ ਬਾਪ ਮਰ ਗਿਆ, ਬਾਪ ਦੇ ਨਾਂ ਤੇ ਜ਼ਮੀਨ ਆ। ਕੁਝ ਉਹ ਨੇ ਜਿਨ੍ਹਾਂ ਦੇ ਦਾਦੇ ਵੀ ਨਹੀਂ, ਪੜਦਾਦੇ ਤੋਂ ਲੈ ਕੇ ਅਗਲੀਆਂ 3 ਪੀੜ੍ਹੀਆਂ ਹੋ ਗਈਆਂ ਜ਼ਮੀਨ ਵੰਡ ਲੈਂਦੇ ਆ, ਪਰ ਆਪੋ ਆਪਣੇ ਨਾਂ ਤੇ ਨਹੀਂ ਚੜਾਈ। ਆਪੋ ਆਪਣੇ ਨਾਂ ਤੇ ਕਿਉਂਕਿ ਚੜਾਈ ਨਹੀਂ, ਇਸ ਕਰਕੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਅਜੇ ਤੱਕ ਉਸ ਪੜਦਾਦੇ ਦੇ ਨਾਂ ਤੇ ਚੱਲਦੀਆਂ, ਜਿਹਨੂੰ ਮਰੇ ਨੂੰ ਵੀ 50 ਸਾਲ ਹੋ ਗਏ ਆ, ਆਪੋ ਵੰਡ ਚੱਲੀ ਜਾਂਦੀ ਹੈ। ਹੁਣ ਉਹਨਾਂ ਦੇ ਨਾਂ ਲਿਖ ਕੇ ਘੱਲਤੇ, ਮੈਪਿੰਗ ਵਿੱਚ ਪਾਤੇ, ਸਰਕਾਰ ਨੇ ਆਖਿਆ ਕੰਪਿਊਟਰ ਕਹਿੰਦਾ ਸ਼ੱਕੀ ਹੈ ਕਿਉਂਕਿ ਇਹਨਾਂ ਦਾ ਨਾਂ ਉੱਥੇ ਨਹੀਂ ਲੱਭਦਾ। ਇੱਕ ਮਾਮਲਾ ਤਾਂ ਇਹ ਆ। ਦੂਜੀ ਗੱਲ ਜਿਹੜੀ ਦਾ ਸਰਕਾਰ ਨੂੰ ਸ਼ੱਕ ਹੈ ਉਹ ਇਹ ਕਿ ਦੂਜੇ ਰਾਜਾਂ ਤੋਂ ਝੋਨਾ ਇੱਥੇ ਲਿਆ ਕੇ ਵੇਚਿਆ ਗਿਆ। ਇਹ ਸਾਨੂੰ ਹੀ ਪਤਾ ਵੇਚਿਆ ਗਿਆ ਜੀ। ਪਿਛਲੇ ਸਾਲ ਇਹ ਕੇਸ ਸਭ ਤੋਂ ਪਹਿਲਾਂ ਮੈਂ ਚੁੱਕਿਆ ਸੀ ਕਿ ਉੱਥੋਂ ਯੂਪੀ 'ਚੋਂ 900 ਰੁਪਏ ਕੁਇੰਟਲ ਖਰੀਦਿਆ ਜਾਂਦਾ। ਗੋਲੇ ਚੀਕੇ 'ਚ ਹਰਿਆਣੇ 'ਚ ਇੱਕ ਭਾਜਪਾ ਲੀਡਰ ਦਾ ਬਹੁਤ ਵੱਡਾ ਗੋਦਾਮ ਹੈ, ਉੱਥੇ ਲਿਆ ਕੇ ਯੂਪੀ ਦੀਆਂ ਗੱਡੀਆਂ ਮੋੜ ਦਿੱਤੀਆਂ ਜਾਂਦੀਆਂ ਤੇ ਪੰਜਾਬ ਦੀਆਂ ਗੱਡੀਆਂ ਤੇ ਲੱਦ ਕੇ ਪੰਜਾਬ 'ਚ ਭੇਜਿਆ ਜਾਂਦਾ। ਇੱਥੇ ਅੱਡ-ਅੱਡ ਮੰਡੀਆਂ 'ਚ ਸ਼ੈਲਰਾਂ ਵਾਲਿਆਂ ਨੂੰ ਕਹਿ ਕੇ, ਇਹਨਾਂ ਨੂੰ ਸ਼ੈਲਰਾਂ ਵਾਲਿਆਂ, ਪੰਜਾਬ ਵਾਲਿਆਂ ਨੂੰ, ਸਾਰੇ ਸ਼ੈਲਰਾਂ ਵਾਲਿਆਂ ਨੂੰ ਤੇ ਹੈ ਨਹੀਂ, ਕੁਝ ਗਿਣਵੇਂ ਚੁਣਵੇਂ ਥੋੜ੍ਹੇ ਜਿਹੜੇ ਚੋਰ ਕਿਸਮ ਦੇ ਆ, ਉਹਨਾਂ ਨੂੰ 1500-1600 ਰੁਪਏ ਨੂੰ ਦਿੰਦੇ ਆ। ਉਹ ਅੱਗੋਂ 1888 ਨੂੰ ਵੇਚੀ ਗਏ। 400-500 ਰੁਪਇਆ ਉਹ ਕਮਾਈ ਗਏ, 400-500 ਰੁਪਇਆ ਕੁਇੰਟਲ ਦਾ ਇਹ ਕਮਾਈ ਗਏ। ਕਾਗਜ਼ਾਂ ਦੇ ਵਿੱਚ ਸਾਰਾ ਕੁਝ ਉੱਥੇ ਕਿਸਾਨਾਂ ਦੇ ਨਾਂ ਪਾਤਾ। ਜਿਹੜਾ ਇੱਦਾਂ ਦਾ ਕੰਮ ਹੋਇਆ ਸੀ ਉਹ ਇਸ ਵਾਰ ਵੀ ਹੋਇਆ। ਉਹ ਜਿਨ੍ਹਾਂ ਦੇ ਨਾਂ ਲਿਖੇ ਗਏ ਆ ਉਹ ਮੈਪਿੰਗ ਦੇ ਵਿੱਚ ਨਹੀਂ ਲੱਭਣੇ, ਪਰ ਉਹ ਆ ਥੋੜ੍ਹੇ ਜਿਹੇ, ਬਹੁਤੇ ਨਹੀਂ। ਪਿਛਲੀਆਂ ਸਾਲਾਂ 'ਚ ਜਿੰਨੇ ਹੁੰਦੇ ਸੀ ਇਸ ਵਾਰੀ ਉਹਨੇ ਨਹੀਂ ਹੋਏ ਜੀ। ਉਹਦਾ ਕਾਰਨ ਇਹ ਆ ਕਿ ਸਰਕਾਰ ਬਦਲਦੇ ਸਾਰੀ ਰੌਲਾ ਪੈ ਚੁੱਕਾ ਸੀ। ਆਪਸ ਵਿੱਚ ਕਾਂਗਰਸੀਆਂ ਦੀ ਵੀ ਬਣਦੀ ਨਹੀਂ ਸੀ। ਇਹ ਪਤਾ ਸੀ ਕਿ ਜਿਹਨੇ ਕੀਤਾ ਦੂਸਰਿਆਂ ਨੇ ਉਹਦੀ ਸ਼ਿਕਾਇਤ ਲਾ ਦੇਣੀ ਹੈ। ਨਵੇਂ ਡਿਪਟੀ ਮੁੱਖ ਮੰਤਰੀ ਨੇ ਉਸ ਵੇਲੇ ਪੁਲਿਸ ਨੂੰ ਕਹਿ ਦਿੱਤਾ ਕਿ ਝੋਨਾ ਜਿੰਨਾ ਵੀ ਬਾਹਰੋਂ ਆਉਂਦਾ, ਜਿਹੜੇ ਜ਼ਿਲ੍ਹੇ ਦੇ ਵਿੱਚ ਵਿਕਿਆ ਤੇ ਪਤਾ ਲੱਗ ਗਿਆ, ਉੱਥੋਂ ਵਾਲੇ SSP ਦੇ ਖਿਲਾਫ ਐਕਸ਼ਨ ਹੋਊਗਾ। ਇਸ ਵਾਰੀ ਪੁਲਿਸ ਵਾਲਿਆਂ ਨੇ ਵੀ ਫੜਿਆ। ਪਿਛਲੀ ਵਾਰੀ ਪੁਲਿਸ ਵਾਲੇ ਨਹੀਂ ਸੀ ਫੜਦੇ, ਉਹਨਾਂ ਦੇ ਵਿੱਚੋਂ ਬਹੁਤੇ ਆਪਣਾ ਹਲਵਾ ਮੰਡਾ ਕਰੀ ਜਾਂਦੇ ਵੀ ਸਾਡਾ ਹਿੱਸਾ ਦੇ ਜਾਓ, ਤੁਸੀਂ ਆਪਣਾ ਕੰਮ ਚਲਾਈ ਜਾਓ। ਇਸ ਵਾਰੀ ਉਹਨਾਂ ਵੀ ਫੜਿਆ, ਪਰ ਇਸ ਵਾਰੀ ਬਹੁਤ ਘੱਟ ਹੋਇਆ। ਆ ਜਿਹੜੇ 70,000 ਕੇਸ ਇਹ ਕਹਿੰਦੇ ਨੇ, ਇਹ ਬਹੁਤੇ ਉਹ ਲੋਕ ਨੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਜਿਹੜੀ ਨਹੀਂ, ਜ਼ਮੀਨ ਉਹਨਾਂ ਦੀ ਆ, ਕਾਗਜ਼ਾਂ 'ਚ ਨਹੀਂ, ਇਸ ਕਰਕੇ ਉਹ ਮੈਪਿੰਗ ਵਿੱਚ ਆਈ ਨਹੀਂ। ਜੇ ਇਹੋ ਜਿਹੀ ਗੱਲ ਕੋਈ ਹੋਈ ਆ ਤੇ ਉਹਦੀ ਸਾਰੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾ ਕੇ ਇਹਨਾਂ ਸਾਰੇ ਲੋਕਾਂ ਨੂੰ ਝੋਨੇ ਦੀ, ਇਹਨਾਂ ਦੀ ਫਸਲ ਦੀ ਅਦਾਇਗੀ ਕਰਨੀ ਚਾਹੀਦੀ ਆ। ਇਹਦੇ ਉੱਤੇ ਕਿਸੇ ਕਿਸਮ ਦੀ ਰੋਕ ਨਹੀਂ ਲੱਗਣੀ ਚਾਹੀਦੀ। ਅੱਗੇ ਤੋਂ ਆਪਣਾ ਰਿਕਾਰਡ ਦਰੁਸਤ ਕਰਨਾ ਤੇ ਸਰਕਾਰ ਕਰੇ, ਇਹਨਾਂ ਦੇ ਸਿਰ ਦੇ ਉੱਤੇ ਭਾਂਡਾ ਕੋਈ ਨਾ ਭੰਨੇ। ਜੀ। ਪਰ ਸਾਹਿਬ, ਪ੍ਰਦੂਸ਼ਣ ਦੀ ਸਮੱਸਿਆ ਬਹੁਤ ਗੰਭੀਰ ਹੋ ਗਈ ਸੀ। ਸੁਪਰੀਮ ਕੋਰਟ ਕੱਲ੍ਹ ਸਖਤ ਸੀਗੀ, ਨਾਲ ਇੱਕ ਟਿੱਪਣੀ ਹੋ ਰਹੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ 10% ਪ੍ਰਦੂਸ਼ਣ ਪਰਾਲੀ ਕਰਕੇ ਹੁੰਦਾ, ਬਾਕੀ ਹੋਰ ਵੀ ਬਹੁਤ ਸਾਰੇ ਸਰੋਤ ਹੈ ਜਿੱਥੋਂ ਪ੍ਰਦੂਸ਼ਣ ਆਉਂਦਾ ਪਿਆ। ਹੁਣ ਇਹਨੂੰ ਰੋਕਣ ਲਈ ਕੀ ਯਤਨ ਕਰਨ ਦੀ ਲੋੜ ਹੈ, ਜਾਂ ਫਿਰ ਕੀ ਅੱਗੇ ਕਰਨਾ ਚਾਹੀਦਾ? ਸੁਪਰੀਮ ਕੋਰਟ ਦੀ ਇਸ ਟਿੱਪਣੀ ਨੂੰ ਕਿਵੇਂ ਦੇਖਦੇ ਆ? ਮੈਂ ਇਹਦੇ ਉੱਤੇ ਪਿਛਲੇ 10 ਦਿਨਾਂ ਤੋਂ ਲਗਾਤਾਰ ਕੰਮ ਕਰ ਰਿਹਾ ਜੀ। ਪਹਿਲੀ ਗੱਲ ਕਿ ਪ੍ਰਦੂਸ਼ਣ ਦੋ ਕਿਸਮ ਦਾ 2.5 ਪਾਰਟੀਕੂਲੇਟ ਮਟੀਰੀਅਲ 10 ਪਾਰਟੀਕੂਲਰ ਮਟੀਰੀਅਲ 2.5 PM ਤੇ 10 PM। ਜਿਹੜਾ 10 PM ਹੈ ਉਹ ਆ ਪਰਾਲੀ ਵਾਲੇ ਧੂਏ 'ਚੋਂ ਆਉਂਦਾ। ਜਿਹੜਾ ਹੈਗਾ 2.5 ਉਹ ਹੈਗਾ ਗੱਡੀਆਂ ਮੋਟਰਾਂ ਦੇ ਧੂਏ 'ਚੋਂ, ਆ ਕਾਰਖਾਨਿਆਂ ਦੀਆਂ ਚਿਮਨੀਆਂ ਦੇ ਧੂਏ 'ਚੋਂ। ਇਹਨੂੰ ਇੱਕ ਹੋਰ ਤਰੀਕੇ ਨਾਲ ਵੇਖੋ, ਤੁਹਾਡੇ ਸਿਰ ਦਾ ਵਾਲ ਆ, ਤੁਹਾਡੇ ਮੁੱਛ ਦਾ ਵਾਲ ਹੈ, ਇਹ ਵਾਲ 50 PM ਹੁੰਦਾ। ਜਿਹੜਾ ਪਰਾਲੀ ਦਾ ਧੂਆਂ ਉਹ 10 PM। ਇਹਦਾ ਮਤਲਬ ਕਿ ਇਹ ਵਾਲ ਨਾਲੋਂ ਵੀ 5ਵਾਂ ਹਿੱਸਾ ਪਤਲਾ ਹੁੰਦਾ, ਅੱਖ ਨਾਲ ਨਹੀਂ ਦਿਸਦਾ। ਤੇ ਜਿਹੜਾ ਆ ਹੈਗਾ ਧੂਏ ਵਾਲਾ, ਇਹ ਉਸ 5ਵੇਂ ਦਾ ਵੀ ਅੱਗੋਂ ਚੌਥਾ ਹਿੱਸਾ, ਯਾਨੀ ਸਾਡੇ ਵਾਲ ਨਾਲੋਂ ਤੁਸੀਂ ਇਹ ਸਮਝ ਲਓ ਕਿ 20ਵਾਂ ਹਿੱਸਾ ਵਾ, ਤੇ ਅੱਖ ਨਾਲ ਦਿਸ ਕਿੱਥੋਂ ਪਊ?
ਉਹ ਸਾਹ ਦੇ ਵਿੱਚ ਅੰਦਰ ਜਾਂਦਾ, ਸਭ ਤੋਂ ਵੱਧ ਨੁਕਸਾਨ ਉਹ ਕਰਦਾ। ਪ੍ਰਦੂਸ਼ਣ ਸਭ ਤੋਂ ਵੱਧ ਉਹ ਵਧਾ ਰਿਹਾ, ਨੰਬਰ 1। ਜੀ। ਦੂਜੀ ਗੱਲ, ਜਿਹੜਾ 에ਅਰ ਕੁਆਲਿਟੀ ਇੰਡੈਕਸ ਉਹ ਜਦੋਂ 300 ਤੋਂ ਟੱਪ ਜਾਵੇ ਤੇ ਉਹ ਡੇਂਜਰਸ ਹੈ। ਇਸ ਵੇਲੇ 300 ਤੋਂ ਕਈਆਂ ਥਾਵਾਂ ਤੇ ਟੱਪਦਾ ਪਿਆ, ਕਈਆਂ ਥਾਵਾਂ ਤੇ 300 ਦੇ ਨੇੜੇ ਆ। ਅੱਜ ਵੀ ਦੁਪਹਿਰ ਤੱਕ ਦਿੱਲੀ ਦੇ ਵਿੱਚ ਰੋਹਿਣੀ, ਜਹਾਂਗੀਰਪੁਰੀ, ਬਵਾਨਾ ਉੱਥੇ 300 ਦੇ ਨੇੜੇ ਪਹੁੰਚਿਆ ਪਿਆ। ਇਹ ਖਤਰਨਾਕ ਹੈ। ਹਰਿਆਣੇ ਦੇ ਗਾਜ਼ੀਆਬਾਦ 'ਚ ਵੀ। ਤੀਸਰੀ ਗੱਲ ਇਹ ਕਿ ਇਹਨੂੰ ਰੋਕਣ ਲਈ ਕੀ ਕਰਨਾ, ਲਾਕਡਾਊਨ ਲਾਉਂਦੇ ਪਏ, ਲਾਕਡਾਊਨ ਨਾ ਰੁਕੂ। ਪਰ ਇੱਕ ਗੱਲ ਇਹਨਾਂ ਦੇ ਖਾਣੇ 'ਚ ਨਹੀਂ ਬਹਿੰਦੀ ਕਿ ਮੀਂਹ ਪਵੇ ਤੇ ਇੱਕਦਮ ਪ੍ਰਦੂਸ਼ਣ ਘਟ ਜਾਂਦਾ। ਕਿਉਂ ਘਟ ਜਾਂਦਾ? ਕਿਉਂਕਿ ਪ੍ਰਦੂਸ਼ਣ 10, 12, 20 ਫੁੱਟ ਤੱਕ ਹੈ, ਉੱਪਰ ਨਹੀਂ। ਇਹਦੇ ਉੱਤੇ ਜਦੋਂ ਪਾਣੀ ਛਿੜਕਿਆ ਜਾਂਦਾ ਤੇ ਇਹ ਬਹਿ ਜਾਂਦਾ। ਸਰਕਾਰਾਂ ਕੀ ਕਰਦੀਆਂ, ਸੜਕਾਂ ਤੇ ਟਰਾਲੀਆਂ ਨਾਲ ਪਾਣੀ ਛਿੜਕਦੀਆਂ, ਉਹ ਪਾਣੀ ਥੱਲੇ ਥੱਲੇ ਰਹਿ ਜਾਂਦਾ, ਉੱਪਰਲੇ ਪ੍ਰਦੂਸ਼ਣ ਨੂੰ ਕੁਝ ਨਹੀਂ ਕਰਦਾ। ਇਹਦਾ ਤਰੀਕਾ ਕੀ ਆ? ਇੱਕ ਏਰੀਅਲ ਵਾਟਰ ਬੰਬਿੰਗ ਹੁੰਦੀ ਹੈ, ਜਿਹੜੀ ਦੁਨੀਆ 'ਚ ਕਈਆਂ ਥਾਵਾਂ ਤੇ ਕੀਤੀ ਜਾਂਦੀ ਹੈ। ਏਰੀਅਲ ਵਾਟਰ ਬੰਬਿੰਗ ਕੀ ਹੈ? ਜਿੱਥੇ ਜੰਗਲ 'ਚ ਅੱਗ ਲੱਗੀ ਹੋਏ, ਉਹਦੇ ਉੱਤੇ ਜਹਾਜ਼ ਭਰ ਕੇ ਟੈਂਕੀਆਂ ਲੈ ਜਾਂਦੇ, ਉੱਤੇ ਇੱਕਦਮ ਛੱਡਦੇ ਆ, ਉਹਨੂੰ ਏਰੀਅਲ ਵਾਟਰ ਬੰਬਿੰਗ ਕਹਿੰਦੇ ਆ। ਕਿਸੇ ਨੇ ਪੁੱਛਣੀ ਹੋਵੇ ਤੇ ਰਾਜੀਵ ਗਾਂਧੀ ਦੀ ਸਰਕਾਰ ਵੇਲੇ ਟਿੱਡੀ ਦਲ ਦੇ ਖਿਲਾਫ ਆਪਰੇਸ਼ਨਾਂ ਦੇ ਵਿੱਚ ਅਗਵਾਈ ਕਰਨ ਵਾਲੇ ਪਾਇਲਟਾਂ 'ਚੋਂ ਇੱਕ ਪਾਇਲਟ ਅਜੇ ਬਚਿਆ, ਉਹਦਾ ਨਾਂ ਕੈਪਟਨ ਪ੍ਰਵੀਨ ਤੁੰਗ ਆ, ਤੇ ਉਹ ਅੰਮ੍ਰਿਤਸਰ 'ਚ ਬੈਠਾ। ਜੀ। ਉਹਨੇ ਆ ਜਦੋਂ ਪਿੱਛੇ ਜੇ ਜੈਪੁਰ ਜੋਧਪੁਰ ਵਾਲੇ ਪਾਸੇ ਰਾਜਸਥਾਨ ਦੇ ਵਿੱਚ ਟਿੱਡੀ ਦਲ ਆਇਆ ਸੀ, ਪਾਕਿਸਤਾਨ ਤੋਂ ਮੁੜ ਕੇ ਉਧਰ ਨੂੰ ਮੁੜ ਗਿਆ ਸੀ, ਇਹਨੇ ਉਦੋਂ ਵੀ ਆਖਿਆ ਸੀ ਲੋੜ ਪਵੇ ਸਰਕਾਰ ਨੂੰ ਤੇ ਮੈਂ ਅਜੇ ਵੀ ਹਾਜ਼ਰ ਹਾਂ। ਮੈਂ ਕੰਮ ਪਹਿਲਾਂ ਕੀਤਾ, ਮੈਂ ਵਿਦੇਸ਼ਾਂ 'ਚ ਵੀ ਕਰਕੇ ਆਇਆ, ਦੂਜੇ ਦੇਸ਼ਾਂ 'ਚ ਵੀ ਕਰਕੇ ਆਇਆ, UN ਦੇ ਮਿਸ਼ਨ 'ਚ। ਉਹ ਹੁਣ ਵੀ ਉੱਥੇ ਬੈਠਾ। ਉਹਨੂੰ ਦਿੱਲੀ ਦੀ ਸਰਕਾਰ ਸੱਦ ਲੈ, ਕੇਂਦਰ ਸਰਕਾਰ ਸੱਦ ਲੈ। ਜਿਹੜੀ ਏਰੀਅਲ ਵਾਟਰ ਬੰਬਿੰਗ ਹੈ, ਯਾਨੀ ਉੱਪਰੋਂ ਪਾਣੀ ਦਾ ਸਪਰੇਅ ਦਿੱਲੀ ਤੇ ਕੀਤਾ ਜਾਵੇ, ਉਹਦੇ ਨਾਲ ਪ੍ਰਦੂਸ਼ਣ ਜਿੰਨਾ ਕੁ ਹੈਗਾ, ਇਹ ਭਾਵੇਂ 10 PM ਵਾਲਾ ਹੋਵੇ, ਭਾਵੇਂ 2.5 PM ਵਾਲਾ ਹੋਵੇ, ਜੇ ਉਹ ਇੱਕ ਵਾਰੀ ਸਪਰੇਅ ਕਰਕੇ ਥੋੜ੍ਹਾ ਥੱਲੇ ਬਿਠਾ ਦਿੱਤਾ ਜਾਵੇ, AQI ਜਿਹੜਾ ਵਾ, 에ਅਰ ਕੁਆਲਿਟੀ ਇੰਡੈਕਸ, ਉਹ ਡਾਊਨ ਚੱਲ ਜਾਏਗਾ। ਇੱਕ ਵਾਰੀ ਸੰਭਾਲਿਆ ਜਾ ਸਕਦਾ। ਆ ਲਾਕਡਾਊਨ ਇੱਕ ਕੋਵਿਡ ਨੇ ਸਾਨੂੰ ਬੜਾ ਸਿਖਾਤਾ, ਹਰ ਗੱਲ ਤੇ ਲਾਕਡਾਊਨ। ਕੱਲ੍ਹ ਨੂੰ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਤਾਂ ਵੀ ਲਾਕਡਾਊਨ ਕਰ ਦਿਓ, ਜੇ 4 ਤੁਹਾਡੇ MLA ਟੁੱਟ ਗਏ ਫਿਰ ਵੀ ਲਾਕਡਾਊਨ ਕਰ ਦਿਓ। ਲਾਕਡਾਊਨ ਕੋਈ ਸਮੱਸਿਆ ਦਾ ਪੱਕਾ ਹੱਲ ਨਹੀਂ। ਇਹੋ ਜਿਹੇ ਜਿਹੜਾ ਕੋਈ ਤੁਹਾਡੇ ਕੋਲ ਵੈਟਰਨ ਬੈਠਾ ਆਪਣੇ ਘਰ 'ਚ, ਉਹਨੂੰ ਸੱਦ ਕੇ ਤੇ ਉਹਨਾਂ ਦੀਆਂ ਸੇਵਾਵਾਂ ਲੈ ਲੈਣ। ਇਹ ਵਕੀਲਾਂ ਤੋਂ ਸਲਾਹਾਂ ਭਾਲਦੇ ਆ, ਇਹ ਉੱਥੇ ਬੈਠੇ ਉਹਨਾਂ ਅਫਸਰਾਂ ਦੀਆਂ ਸਲਾਹਾਂ ਭਾਲਦੇ ਆ ਜਿਹੜੇ 에ਅਰ ਕੰਡੀਸ਼ਨ ਕਮਰਿਆਂ 'ਚ ਰਹਿੰਦੇ ਆ ਤੇ ਜਿਹਨੂੰ ਪਤਾ ਹੀ ਨਹੀਂ ਪ੍ਰਦੂਸ਼ਣ ਹੁੰਦਾ ਕੀ ਆ। ਮਾਹਰਾਂ ਦੀਆਂ ਸਲਾਹਾਂ ਲੈਣ, ਫਿਰ ਕੁਛ ਹੱਲ ਨਿਕਲ ਸਕਦਾ। ਪਨੂ ਸਾਹਿਬ ਸਹੀ ਗੱਲ ਹੈ, ਜੇ ਸਾਡੇ ਕੋਲ ਮਾਹਰ ਮੌਜੂਦ ਹੈ, ਸਲਾਹ ਉਹਨਾਂ ਦੀ ਲੈ ਲੈਣੀ ਚਾਹੀਦੀ ਹੈ। ਜੀ ਹਾਂ। ਜਾਣ ਦਾ ਵੇਲਾ ਹੋ ਗਿਆ ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।